रंजीत गिल जो अब भाजपा में शामिल हो चुके हैं, लेकिन आज जो भाजपा प्रधान है सुनील जाखड़ अपने दफ्तर पहुंचते हैं और वहां पर वो लगातार सवाल जो खड़े करते हैं पंजाब के लॉ एंड ऑर्डर को लेकर। वो कहते हैं कि पंजाब में लॉ एंड ऑर्डर खराब होता जा रहा है, लेकिन सवाल यहाँ ये खड़ा होता है कि रंजीत गिल जिस तरीके के साथ पार्टी ज्वाइन करते हैं उसके बाद वर्किंग प्रेसिडेंट लगाया जाता है, सुनील जाखड़ भी पहुंचते हैं, हालांकि वो वेलकम तो ज़रूर करते हैं। और जब जिस तरीके की कार्रवाई उनके ऊपर रेड की होती है उसको लेकर भी अगर लेकिन सत्ता की या बाकी पार्टियों का जिक्र किया जाए तो इस समय चर्चा का विषय ये बना हुआ है कि रंजीत गिल के ऊपर ज्वाइन करते ही सुबह रेड डल जाती है, उसके बाद लगातार सवाल जो है खड़े किए जाते हैं। आइए सबसे पहले हम आपको सुनाते हैं कि सुनील जाखड़ ने क्या कहा इस पूरे मामले को लेकर। What I'm saying is ਜਿਹੜਾ ਮੈਂ ਇਲਜ਼ਾਮ ਲਾ ਰਿਹਾ ਸਾਹਿਬ ਆ ਸਰਕਾਰ ਜਿਹੜੀ ਹੈ ਗੈਂਗਸਟਰਸ ਨੂੰ ਖਤਮ ਕਰਨ ਦੀ ਬਜਾਏ ਸਰਕਾਰ ਆਪਣੇ ਆਪ ਇੱਕ ਗੈਂਗ ਦੇ ਤੌਰ ਤੇ ਇੱਕ ਗੈਂਗਸਟਰ ਦੇ ਤੌਰ ਤੇ ਕੰਮ ਕਰ ਰਹੀ ਹੈ। ਆ ਜਿਹੜਾ ਇੱਕ ਪੋਲੀਟੀਕਲ ਗੈਂਗਸਟਰਸ ਪੋਲੀਟੀਕਲ ਗੈਂਗ ਬਣਿਆ ਬੈਠਾ ਹੈ, ਉਸ ਗੈਂਗ ਦੇ ਤਹਿਤ ਇਹਨਾਂ ਨੇ ਇੱਕ ਸੁਨੇਹਾ ਲਾਤਾ ਰਣਜੀਤ ਸਿੰਘ ਗਿੱਲ ਨੇ ਉੱਤੇ ਕੋਈ ਵਿਜੀਲੈਂਸ ਰੇਡ ਨਹੀਂ ਹੋਤਾ, ਇੱਕ ਪਟਾਕੇ ਵਾਲੀ ਗੱਲ ਹੈ, ਬਾਹਰ ਜਾਂਦੇ ਦੋ ਚਾਰ ਫਾਇਰ ਕੱਢ ਦਿਓ ਜੀ। ਪਰ ਸਾਰਿਆਂ ਨੂੰ ਇੱਕ ਖਬਰ ਹੋ ਗਈ ਪੰਜਾਬ ਦੇ ਅੰਦਰ ਵੀ ਜਿਹੜਾ ਕੋਈ ਵੀ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ 'ਚ ਜੁਆਇਨ ਕਰੂਗਾ, ਕੋਈ ਖਾਂਦੇ ਪੀਂਦੇ ਘਰ ਵਾਲਾ ਹੈ, ਤੇ ਆ ਰੇਡ ਤਿਆਰ ਲਈ ਲਓ ਸਾਹਿਬ। ਇਸ ਗੱਲ ਦਾ ਜਵਾਬ ਭਗਵੰਤ ਮਾਨ ਜੀ ਦੇ ਦੇਣ ਤੇ ਅੱਜ ਜਿਹੜੇ ਕਹਿੰਦੇ ਹੈ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਹੱਕ 'ਚ ਬੋਲੀ ਜਾਂਦੇ ਹੈ ਉਹਨਾਂ ਦੀ ਵੀ ਮੈਂ ਗੱਲ ਕਰੂੰਗਾ, ਪਰ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ, ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਮੈਂ ਬੀਜੇਪੀ ਜੁਆਇਨ ਕਰਨੀ ਹੈ, ਉਹਦੀ ਪੋਲੀਟੀਕਲ ਇਜ਼ ਅ ਪੋਲੀਟੀਕਲ ਪਰਸਨੈਲਿਟੀ ਹੈ, ਉਹ ਪਹਿਲਾਂ ਅਕਾਲੀ ਦਲ 'ਚ ਸੀਗਾ, ਉੱਥੇ ਨਹੀਂ ਉਹਨਾਂ ਨੂੰ ਲੱਗਿਆ ਵੀ ਆਪਸ 'ਚ ਲੜੀ ਜਾਂਦੇ ਹੈ ਤੇ ਅਸੀਂ ਕਿਸੇ ਹੋਰ ਪਾਸੇ ਜਾ ਵੜੀਏ, ਤੇ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨਾਂ ਨੂੰ ਕੀ ਚੋਗਾ ਪਾਇਆ ਹੋਣਾ, ਆਈ ਡੋਂਟ ਨੋ ਵੀ ਆ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਂਗੇ ਜੀ, ਇਹ ਕਰਾ ਦੇਂਗੇ, ਨਹੀਂ ਗੱਲ ਪਣੀ। ਉਹਨਾਂ ਨੇ ਇੱਧਰਲੇ ਪਾਸੇ ਆ ਗਏ, ਉਹਨਾਂ ਦੇਖ ਲਿਆ ਪੰਜਾਬ ਦੇ ਅੰਦਰ ਤਾਂ ਚੜ੍ਹਤ ਬੀਜੇਪੀ ਦੀ ਹੋ ਰਹੀ ਹੈ, ਇੱਧਰਲੇ ਪਾਸੇ ਆ ਗਏ ਸਭ। ਉਹਨਾਂ ਦੀ ਆਪਣੀ ਸੂਝ-ਬੂਝ ਹੈ ਜਿਹਨੂੰ ਲੈ ਕੇ ਉਹਨਾਂ ਨੇ ਫੈਸਲਾ ਕੋਈ ਲਿਆ। सुनील जाखड़ ने तो आखिर अपनी कहते शेरो शायरी में बहुत सारी चीज़ों को लेकर तंज तो कसा है, लेकिन इसका जो जवाब है वो आम आदमी पार्टी के कैबिनेट मिनिस्टर्स जो हैं उन्होंने किस तरीके का जवाब दिया, आइए सुनाते हैं अब आपको। ਜਾਖੜ ਜੀ ਨੇ ਹੁਣ ਲਾਏ ਜੀ ਰੋਪੇ, ਜਦੋਂ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਨਹੀਂ ਲਾਏ ਨਾ ਜੀ ਉਹਨਾਂ ਨੇ ਅਪਰੋਚ। ਉਹਨਾਂ ਨੂੰ ਕਹੋ ਤੁਹਾਡਾ ਜਿਹੜਾ ਹੈਗਾ ਨਾ ਲੇਟੈਂਟ ਪੀਰੀਅਡ ਬਹੁਤ ਜ਼ਿਆਦਾ, ਤੁਸੀਂ ਕਾਂਗਰਸ ਦੇ ਪ੍ਰਧਾਨ ਸੀ, ਜੇ ਤੁਹਾਨੂੰ ਪਤਾ ਸੀ ਕਿ ਤੁਹਾਡਾ ਇੱਕ ਮਿਨਿਸਟਰ ਜਿਹਨੂੰ ਤੁਸੀਂ ਬਾਅਦ ਵਿੱਚ ਉਪ ਮੁੱਖ ਮੰਤਰੀ ਬਣਾਇਆ ਤੇ ਹੀ ਇਜ਼ ਦ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ, ਤਾਂ ਉਦੋਂ ਜਾਖੜ ਸਾਹਿਬ ਨੂੰ ਬੋਲਣਾ ਚਾਹੀਦਾ ਸੀ। ਨੰਬਰ 1। ਨੰਬਰ 2, ਉਹ ਦੇਰ ਆਏ ਦਰੁਸਤ ਆਏ, ਜਿੰਨੇ ਕ੍ਰਿਮੀਨਲ ਹੈ ਉਹ ਰਾਤ ਨੂੰ ਭੱਜ ਕੇ ਜਾਖੜ ਜੀ ਨੂੰ ਛੱਡ ਕੇ ਉਹ ਕਿਸੇ ਹੋਰ ਬੰਦੇ ਤੋਂ ਜਾ ਕੇ ਲਾਗਲੇ ਸੂਬੇ ਦੇ ਮੁੱਖ ਮੰਤਰੀ ਕੋਲ ਜੁਆਇਨ ਕਰ ਰਹੇ ਆ, ਤੇ ਜਿਹੜਾ ਸੂਬੇ ਦਾ ਪ੍ਰਧਾਨ ਹੈ ਉਹ ਕਿੱਥੇ ਸੀ ਉਹ। ਸੋ ਬਹੁਤ ਸਾਰੇ ਸਵਾਲ ਹੈ। ਮੈਂ ਜਾਖੜ ਸਾਹਿਬ ਦੀ ਜਿਹੜੇ ਸੀਗੇ ਨਾ ਉਹਨਾਂ ਦਾ ਬੜਾ ਅੱਛਾ ਇੱਕ ਰੈਪੂਟੇਸ਼ਨ ਸੀਗਾ, ਉਹਨਾਂ ਦੀ ਇੱਕ ਫੈਮਿਲੀ ਹਿਸਟਰੀ ਸੀ, ਔਰ ਉਹਨਾਂ ਨੇ ਸਾਰੀ ਉਮਰ ਬੀਜੇਪੀ ਨੂੰ ਕ੍ਰਿਟਿਸਾਈਜ਼ ਕੀਤਾ ਤੇ ਅਲਟੀਮੇਟਲੀ ਅਨਫੋਰਚੂਨੇਟਲੀ ਉਹ ਜਿੱਥੇ ਜਿਹਦੇ ਵਿੱਚ ਕਮਲ ਫੁੱਲਦਾ ਉੱਥੇ ਪਹੁੰਚ ਗਏ। ਅਸੀਂ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਜ਼ੀਰੋ ਟੋਲਰੈਂਸ ਹੈ। ਜਿਹੜਾ ਬੰਦਾ ਵੀ ਕਿਸੇ ਵੀ ਦਹਿਸ਼ਤਗਰਦ ਦੇ ਨਾਲ, ਕਿਸੇ ਗੈਂਗਸਟਰ ਦੇ ਨਾਲ, ਕਿਸੇ ਨਸ਼ਾ ਵੇਚਣ ਵਾਲੇ ਦੇ ਨਾਲ ਸੰਬੰਧ ਰੱਖਦਾ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਦੇ ਵਿਲ ਆਲ ਬੀ ਬ੍ਰੌਟ ਟੂ ਜਸਟਿਸ। ਡਾਕਟਰ ਸਾਹਿਬ ਸੁਨੀਲ ਜਾਖੜ ਕਹਿ ਰਹੇ ਨੇ ਕਿ ਜਿਵੇਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ, ਕਹਿੰਦੇ ਗੈਂਗਸਟਰਾਂ ਵਰਕਨ ਕੰਮ ਕਰ ਰਹੀ ਹੈ। ਬੇਸ਼ੱਕ ਇਹਨਾਂ ਨੇ ਗੈਂਗਸਟਰਾਂ ਨੂੰ ਪਨਾਹ ਨਹੀਂ ਦਿੱਤੀ, ਪਰ ਗੈਂਗਸਟਰਾਂ ਤੋਂ ਕੰਮ ਕਰਨ ਦਾ ਤਰੀਕਾ ਸਿੱਖ ਲਿਆ, ਆਪਦੀ ਦਹਿਸ਼ਤ ਬਣਾ ਕੇ ਰੱਖਦੇ ਨੇ, ਜਿਸ ਕਰਕੇ ਰਣਜੀਤ ਗਿੱਲ ਹਣਾ ਦੀ ਗੱਲ ਕੀਤੀ ਹੈ। ਕਹਿੰਦੇ ਕਿ ਰਾਤੀ ਜੁਆਇਨਿੰਗ ਹੋਈ ਤੇ ਸਵੇਰੇ ਵਿਜੀਲੈਂਸ ਭੇਜਦੀ ਤਾਂ ਕਿ ਦਹਿਸ਼ਤ ਬਣੀ ਰਹੇ। ਉਹਨਾਂ ਦੇ ਖਿਲਾਫ ਜੀ ਬੜੀ ਦੇਰ ਤੋਂ ਕੇਸ ਚੱਲਦਾ ਹੈ। ਉਹ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਪਿਛਲੇ 4 ਮਹੀਨੇ ਤੋਂ ਉਹਨਾਂ ਨੇ ਜੇਲ੍ਹ ਦੀ ਬਜਾਏ ਉਹ ਕਦੇ ਪੀਜੀਆਈ 'ਚ ਕਦੇ ਕਿਸੇ ਹਸਪਤਾਲ 'ਚ ਤੁਰੇ ਫਿਰਦੇ ਆ। ਜਾਖੜ ਸਾਹਿਬ ਨੂੰ ਸਾਰਾ ਕੁਝ ਪਤਾ ਜੀ। ਜਾਖੜ ਸਾਹਿਬ ਨੇ ਉਹਨਾਂ ਨੂੰ ਪਤਾ ਹੈਗਾ ਵੀ ਜਿੱਥੇ ਉਹ ਗਏ ਆ ਉੱਥੇ ਕਿਹੋ ਜਿਹੇ ਮਹਾਰਥੀ ਹੈ ਜੀ। ਉਹ ਮਹਾਰਾਸ਼ਟਰ 'ਚ ਵੀ ਹੈ, ਅਸਾਮ 'ਚ ਵੀ ਹੈ, ਔਰ ਪੰਜਾਬ ਦੇ ਵੀ ਇਕੱਠੇ ਕਰ ਰਹੇ। ਉਹਨਾਂ ਨੂੰ ਲੱਗਦਾ भी कमल फुल खिल जूगा, नहीं खिलना चाहिए। तो आपने सुना कि हालांकि ये दोनों एक दूसरे के ऊपर आरोप प्रत्यारोप तो ज़रूर लगा रहे हैं, लेकिन जिस तरीके के साथ इस समय राजनीति में अलग अलग तरह की चीज़ें सामने देखने को मिल रही हैं। 27 के चुनाव है, हालांकि पॉलिटिकल वेंडेटा का सवाल भी जो है बार बार विपक्षी पार्टियां जो है वो खड़ा कर रही हैं। रंजीत गिल खुद जो लोगों के सामने आकर देर रात जब पूरे दिन घर में रेड चलती है अलग अलग जगहों के ऊपर, और देर शाम को वो अपना क्लैरिफिकेशन एक तरीके का देते हैं और इस तरीके के इल्ज़ाम लगाते हैं, वो कई तरीके की चीज़ें कहते हैं। आइए आपको रंजीत गिल ने क्या कहा वो भी सुनाते हैं। वाहिगुरू जी का खालसा वाहिगुरू जी की फतेह।
ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਵੀ ਮੈਂ ਪਿਛਲੇ ਕੁਝ ਦਿਨਾਂ 'ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਹੈ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ। ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ, ਮੇਰੇ ਤੇ ਬਾਕੀ ਪਾਰਟੀਆਂ ਦਾ ਵੀ ਪ੍ਰੈਸ਼ਰ ਆਇਆ, ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ, ਬਹੁਤ ਮੈਂ ਮੀਟਿੰਗਾਂ ਕੀਤੀਆਂ। ਉੱਥੋਂ ਜੋ ਰਾਏ ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਹਾਂ, ਔਰ ਬਿਨਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਗੈਰ ਜਿਹੜਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ। ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ। ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ, ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਜੀ ਦੇ ਨਾਲ। ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ, ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਆ, ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ 'ਚ ਹੈ। ਸੋ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਨਯੋਗ ਅਦਾਲਤਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ मिलूगा। रंजीत गिल जैसे ही भाजपा ज्वाइन करते हैं, अब राजनीति जो है इसको लेकर लगातार गरमाना शुरू हो चुकी है। जहां भाजपा इस चीज़ को लेकर दगदग है कि अब उनके पास एक बड़ा लीडर है, लेकिन सवाल यहां ये भी खड़े होते हैं कि विपक्षी पार्टी और सत्ता की बाकी जो पार्टियां हैं वो इस समय सवाल ये खड़े कर रही हैं कि रंजीत गिल के ऊपर जो है एंट्री को लेकर, क्योंकि ना तो वर्किंग प्रेसिडेंट था और ना ही वहाँ पर जो मौजूदा प्रधान है वो वहाँ पर थे। हालांकि सीएम सैनी ने ज्वाइन करा, लेकिन सीएम सैनी की ज्वाइनिंग के बाद कई तरीके के अब जो राजनीतिक गलियारों में ये बात एक बार फिर से उठने लगी है कि सीएम सैनी जिनके पास पूरे पंजाब की कमान इस समय संभाल रखी है, वो लगातार पंजाब में एक्टिव भी नज़र आ रहे हैं कि आने वाले दिनों में सीएम सैनी और भी कई जो एक्टिव भी नज़र आएंगे। अभी हाल ही में वो उधम सिंह के स्मारक पर सुनाम में पहुँच जाते हैं, उससे पहले भी वो कई तरीके के साथ जो है पंजाब में एक्टिव नज़र आते हैं। लेकिन सीएम सैनी के इस एक्टिवनेस को लेकर सवाल जो है वो विपक्षी पार्टियां यानी कि जो दूसरी पार्टियां वो सवाल खड़े कर रही हैं। वहीं अगर बात की जाए भाजपा की तो वे चीज़ साफ कहते नजर आ रही कि सीएम एक बड़ा होता है, दूसरे स्टेट के सीएम बेशक है लेकिन है तो वो भाजपा के सीएम है। और सीएम सैनी अक्सर भाजपा बीजेपी दफ्तर 37 में भी कई प्रोग्राम्स में नजर आते रहते हैं। अब सवाल ये खड़ा होता है कि आने वाले दिनों में, क्योंकि 2027 के चुनावों को लेकर तैयारी शुरू हो चुकी है, भाजपा जो इस बार पूरी तैयारी के साथ जो चौन मैदान में तो अभी से उतर चुकी है, क्योंकि जिस तरीके के साथ पहले भी भाजपा में कई बड़े नाम शामिल होते हैं, बेशक अब रंजीत गिल शामिल होते हैं, लेकिन उसके बाद सीएम सैनी जिस तरीके के साथ लगातार एक्टिव नजर आ रहे हैं, वो लगातार उन्होंने कमान संभाल रखी है। अब आने वाले दिनों में सीएम सैनी किस तरीके के साथ कमान संभालते हैं और रंजीत गिल को लेकर किस तरीके की राजनीति होती है, क्योंकि लॉ एंड ऑर्डर को लेकर भी लगातार जो पंजाब को घेरा जा रहा है। हालांकि पंजाब सरकार ये लगातार कहती है कि हम लॉ एंड ऑर्डर की स्थिति को लेकर बिल्कुल सक्षम हैं, लेकिन जिस तरीके के साथ अभी सुखजिंदर सिंह रंधावा के बेटे को भी जो धमकी आती है, लेकिन उसको 24 घंटे में उस शख्स को गिरफ्तार जो है पंजाब पुलिस करती है, उसके बाद भी जो है सवाल ज़रूर खड़े हो रहे हैं। लेकिन सुखजिंदर सिंह रंधावा के जो संबंध है वो जग्गू भगवानपुरिया के साथ पहले भी उठते आए हैं। अब आने वाले दिनों में किस तरीके के साथ भाजपा में बड़े बदलाव देखने को मिलते हैं, ये देखना हम रहेगा। कैमरामैन अलजिंदर के साथ चंडीगढ़ से TV9 के लिए अमनप्रीत कौर।